सत श्री अकाल नमस्कार ते आदाब मैं हाँ कंचन तुसी देख रहे इंडोजी टीवी। स्वागत है जी सारा दा डेली बुलेटिन दी शुरुआत हैडलाइंस दे नाल। हरियाणा सोसाइटी ऑफ वैस्टर्न आस्ट्रेलिया वालों भारत के गणतंत्र दिवस ਅਤੇ ਆਸਟ੍ਰੇਲੀਆ दिवस के मौके ते 8वां खूनदान कैंप का आयोजन। ਆਸਟ੍ਰੇਲੀਆ च मां खेड कबड्डी के चर्चे दोवां देशां दी सभ्याचारक सांझ नूं कीता गूढ़ा। ऑकलैंड विच 2 भारतीय नौजवानों की डुੱਬਣ कारण हुई मौत। क्रिस हिपकिंस बने न्यूजीलैंड के नवे प्रधानमंत्री। विक्टोरिया ने चुप-चुपीते आस्ट्रेलिया डे परेड नूं कीता रद्द। नेता जॉन पेसुटो ने स्पष्टीकरण की मांग की। AFL खिडारी की मां की बोट क्रैश हादसे विच हुई मौत। न्यूजीलैंड च कणक दे आटे की किल्लत कारण लोकां नूं भविख दा पिया फिकर, वधी शॉपिंग। हुण खबरां विस्तार नाल। हरियाणा सोसाइटी ऑफ वैस्टर्न आस्ट्रेलिया वल्लों भारत विच आस्ट्रेलिया भारत दे कौंसलेट जनरल पर्थ, इंडियन सोसाइटी ऑफ वैस्टर्न आस्ट्रेलिया ਅਤੇ ਆਸਟ੍ਰੇਲੀਆ ਦੇ ਸਹਿਯੋਗ ਨਾਲ ਭਾਰਤ ਦੇ ਗਣਤੰਤਰ ਦਿਵਸ ਅਤੇ ਆਸਟ੍ਰੇਲੀਆ ਦਿਵਸ ਦੇ ਮੌਕੇ ਤੇ 8ਵੀਂ ਖੂਨਦਾਨ ਮੁਹਿੰਮ ਰੈੱਡ ਕਰਾਸ ਲਾਈਫ ब्लड ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ, ਜਿਸ ਵਿੱਚ ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੱਛਮੀ ਆਸਟ੍ਰੇਲੀਆ ਅਤੇ ਨਾਰਦਰਨ ਟੈਰੀਟਰੀ ਦੇ ਕੌਂਸਲੇਟ ਜਨਰਲ ਆਫ ਇੰਡੀਆ ਅਮਰਜੀਤ ਸਿੰਘ ਤੱਖੀ ਜੀ ਵੱਲੋਂ ਹਰਿਆਣਾ ਸੁਸਾਇਟੀ ਆਫ ਵੈਸਟਰਨ ਆਸਟ੍ਰੇਲੀਆ ਅਤੇ ਸਮੁੱਚੀ ਟੀਮ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ। ਉਹਨਾਂ ਕਿਹਾ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ, ਸਾਨੂੰ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹਰਿਆਣਾ ਸੁਸਾਇਟੀ ਆਫ ਵੈਸਟਰਨ ਆਸਟ੍ਰੇਲੀਆ ਅੰਗ ਅਤੇ ਖੂਨਦਾਨ ਕਰਨ ਵਾਲੇ ਕਮਿਊਨਿਟੀ ਗਰੁੱਪ ਕਦੇ ਵੀ ਆਪਣੇ ਸਮਾਜਿਕ ਕਾਰਜਾਂ ਤੋਂ ਪਿੱਛੇ ਨਹੀਂ ਹਟਦੇ। ਇਸ ਮੌਕੇ ਹਰਿਆਣਾ ਸੁਸਾਇਟੀ ਆਫ ਵੈਸਟਰਨ ਆਸਟ੍ਰੇਲੀਆ ਵੱਲੋਂ ਆਪਣੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਮੇਅਰ ਪੈਟਰਿਕ ਹਾਲ, ਮੇਅਰ ਆਫ ਗੋਸਨਲਸ ਟੇਰੇਸਾ ਲੇਨਸ, हरदीप सिंह कौंसलर, सतीश नेर प्रधान इसवा, सुधीर चौधरी, तेजिंदर दलाल प्रधान हरियाणा सोसाइटी ऑफ पश्चिमी आस्ट्रेलिया, नीरज ढल, दीपक चाहर, दिनेश शर्मा आदि हाजिर ने। ਜਦੋਂ ਭਾਰਤ ਆਸਟ੍ਰੇਲੀਆ ਸੰਬੰਧਾਂ ਦੀ ਗੱਲ ਆਉਂਦੀ ਹੈ ਤਾਂ ਸੱਭਿਆਚਾਰਕ ਆਦਾਨ ਪ੍ਰਦਾਨ ਕਾਫੀ ਹੱਦ ਤੱਕ ਆਪਸੀ ਪਿਆਰ ਨਾਲ ਪ੍ਰਭਾਸ਼ਿਤ ਹੁੰਦਾ ਹੈ ਜੋ ਇਹਨਾਂ ਦੋਵਾਂ ਦੇਸ਼ਾਂ ਵਿੱਚ ਖੇਡਾਂ ਖਾਸ ਕਰਕੇ ਕ੍ਰਿਕਟ ਲਈ ਹੈ। ਕ੍ਰਿਕਟ ਨੇ ਇੱਕ ਤਰ੍ਹਾਂ ਨਾਲ ਰੀੜ ਦੀ ਹੱਡੀ ਦਾ ਨਿਰਮਾਣ ਕੀਤਾ ਹੈ, ਜਿਸ ਉੱਤੇ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਅਤੇ ਆਸਟ੍ਰੇਲੀਆ ਦੀ ਸੌਫਟ ਪਾਵਰ ਸਮਰੱਥਾ ਦਾ ਨਿਰਮਾਣ ਹੋਇਆ ਸੀ। ਹਾਲਾਂਕਿ ਖੇਡਾਂ ਪ੍ਰਤੀ ਇਹ ਪਿਆਰ ਸਿਰਫ ਕ੍ਰਿਕਟ ਤੱਕ ਹੀ ਸੀਮਿਤ ਨਹੀਂ ਹੈ। ਭਾਰਤ ਆਸਟ੍ਰੇਲੀਆ ਸੰਬੰਧਾਂ ਦੇ ਵਿਕਾਸ ਦੇ ਇਤਿਹਾਸ ਵਿੱਚ ਪਿਛਲੇ ਕੁਝ ਸਾਲਾਂ ਵਿੱਚ ਇੱਕ ਵਿਸ਼ੇਸ਼ ਸਥਾਨ ਬਣਿਆ ਹੈ। ਦੋਵਾਂ ਦੇਸ਼ਾਂ ਦੀਆਂ ਵੱਖ-ਵੱਖ ਪਰੰਪਰਾਵਾਂ ਨਾਲ ਡੂੰਘਾਈ ਨਾਲ ਜੁੜਨ ਦਾ ਇੱਕ ਵੱਡਾ ਫਾਇਦਾ ਇਹ ਵੀ ਹੈ ਦੋਵਾਂ ਪਾਸਿਆਂ ਦੀ ਸੱਭਿਆਚਾਰਕ ਸ਼ਬਦਾਵਲੀ ਵਿੱਚ ਸੁਧਾਰ ਹੋਇਆ ਹੈ। ਇਹ ਖੇਡਾਂ ਵਿੱਚ ਵੀ ਪਰਿਵਰਤਿਤ ਹੁੰਦਾ ਹੈ, ਜੋ ਕਿ ਭਾਰਤ ਦੀ ਪਰੰਪਰਾਗਤ ਖੇਡ ਕਬੱਡੀ ਵਿੱਚ ਆਸਟ੍ਰੇਲੀਆ ਦੀ ਵੱਧ ਰਹੀ ਦਿਲਚਸਪੀ ਨਾਲ ਬਹੁਤ ਸਪਸ਼ਟ ਹੈ। ਆਸਟ੍ਰੇਲੀਆ ਵਿੱਚ ਵੱਧ ਰਹੇ ਭਾਰਤੀ ਮੂਲ ਦੇ ਭਾਈਚਾਰੇ ਦਾ ਇੱਕ ਵੱਡਾ ਨਤੀਜਾ ਇਹ ਤੱਥ ਹੈ ਕਿ ਆਸਟ੍ਰੇਲੀਅਨ ਭਾਰਤੀ ਸੱਭਿਆਚਾਰਕ ਪਰੰਪਰਾਵਾਂ ਬਾਰੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜਾਣੂ ਹੈ। ਬੀਤੇ ਸਮਿਆਂ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਵਿੱਚ ਤੈਰਾਕੀ ਨਾ ਜਾਣਦੇ ਭਾਰਤੀ ਭਾਈਚਾਰੇ ਦੇ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋਈ ਹੈ ਤੇ ਤਾਜ਼ਾ ਘਟਨਾ ਆਕਲੈਂਡ ਦੇ ਪੀਹਾ ਬੀਚ ਤੇ ਵਾਪਰੀ, ਜਿੱਥੇ 2 ਭਾਰਤੀ ਨੌਜਵਾਨਾਂ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਜਦੋਂ ਤੱਕ ਲਾਈਫ ਗਾਰਡ ਮਦਦ ਲਈ ਪੁੱਜੇ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਉਹਨਾਂ ਦੀ ਪਹਿਚਾਣ ਗੁਜਰਾਤ ਦੇ ਅਹਿਮਦਾਬਾਦ ਦੇ 28 ਸਾਲਾ ਸੁਰੇਨ ਨਾਇਨ ਕੁਮਾਰ ਪਟੇਲ ਤੇ 31 ਸਾਲਾ ਅੰਸ਼ਲ ਸ਼ਾਹ ਵਜੋਂ ਹੋਈ ਹੈ। ਸੁਰੇਨ ਬੀਤੇ ਸਾਲ ਅਗਸਤ ਵਿੱਚ ਨਿਊਜ਼ੀਲੈਂਡ ਆਇਆ ਸੀ ਤੇ ਇਲੈਕਟ੍ਰੋਨਿਕ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ ਤੇ ਅੰਸ਼ਲ ਨਵੰਬਰ ਵਿੱਚ ਇੱਥੇ ਆਇਆ ਸੀ ਤੇ ਗੈਸ ਸਟੇਸ਼ਨ ਤੇ ਬਤੌਰ ਕੈਸ਼ੀਅਰ ਕੰਮ ਕਰਦਾ ਸੀ। ਨਿਊਜ਼ੀਲੈਂਡ ਵਿੱਚ ਲੇਬਰ ਪਾਰਟੀ ਨੇ ਐਤਵਾਰ ਨੂੰ ਕ੍ਰਿਸ ਹਿਪਕਿੰਸ ਨੂੰ ਪਾਰਟੀ ਦਾ ਨਵਾਂ ਨੇਤਾ ਅਤੇ ਦੇਸ਼ ਦਾ 41ਵਾਂ ਪ੍ਰਧਾਨ ਮੰਤਰੀ ਐਲਾਨ ਦਿੱਤਾ। ਹਿਪਕਿੰਸ ਇਸ ਸਮੇਂ ਸਦਨ ਦੇ ਨੇਤਾ ਅਤੇ ਦੇਸ਼ ਦੇ ਸਿੱਖਿਆ, ਪੁਲਿਸ ਅਤੇ ਲੋਕ ਸੇਵਾ ਮੰਤਰੀ ਨੇ। ਉਹ ਜੈਸਿੰਡਾ ਆਰਡਨ ਦੀ ਥਾਂ ਲੈਣ ਲਈ ਇਕਲੌਤਾ ਨਾਮਜ਼ਦ ਵਿਅਕਤੀ ਸੀ। ਉੱਥੇ ਕੇਲਸਟਨ ਦੇ ਸੰਸਦ ਮੈਂਬਰ ਅਤੇ ਕੈਬਨਿਟ ਮੰਤਰੀ ਕਾਰਮੇਲ ਸੇਪੁਲੋਨੀ ਨੂੰ ਉਪ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ। ਨਿਊਜ਼ੀਲੈਂਡ ਦੀ ਰਾਜਨੀਤਿਕ ਪ੍ਰਣਾਲੀ ਦੇ ਅਨੁਸਾਰ ਸੰਸਦ ਵਿੱਚ ਬਹੁਮਤ ਵਾਲੀ ਪਾਰਟੀ ਸਰਕਾਰ ਬਣਾਉਂਦੀ ਹੈ ਤੇ ਪਾਰਟੀ ਦਾ ਨੇਤਾ ਪ੍ਰਧਾਨ ਮੰਤਰੀ ਬਣ ਜਾਂਦਾ ਹੈ।
ਹਿਪਕਿੰਸ ਬੁੱਧਵਾਰ ਨੂੰ ਮੀਟਿੰਗ ਤੋਂ ਬਾਅਦ ਦੀ ਪ੍ਰੈਸ ਕਾਨਫਰੰਸ ਵਿੱਚ ਅਧਿਕਾਰਤ ਤੌਰ ਤੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਉਹਨਾਂ ਕਿਹਾ ਹੈ ਕਿ ਆਉਣ ਵਾਲੇ ਹਫ਼ਤੇ ਵਿੱਚ ਮੰਤਰੀ ਮੰਡਲ ਵਿੱਚ ਫੇਰਬਦਲ ਵੀ ਕੀਤਾ ਜਾਵੇਗਾ। ਉਹਨਾਂ ਨੇ ਘਰੇਲੂ ਮੁੱਦਿਆਂ ਤੇ ਧਿਆਨ ਕੇਂਦਰਿਤ ਕਰਨ ਦੀ ਵਚਨਬੱਧਤਾ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਉੱਚ ਮਹਿੰਗਾਈ, ਉੱਚ ਕਰਾਂ ਦੀਆਂ ਕੀਮਤਾਂ ਅਤੇ ਕਾਨੂੰਨ ਵਿਵਸਥਾ ਦਾ ਮੁੱਦਾ ਉਹਨਾਂ ਦੀ ਸਰਕਾਰ ਲਈ ਮੁੱਖ ਨੀਤੀਗਤ ਤਰਜੀਹਾਂ ਹੋਣਗੀਆਂ। ਫਸਟ ਨੇਸ਼ਨਜ਼ ਦੇ ਨੇਤਾ ਨੇ ਵਿਕਟੋਰੀਆ ਦੀ ਆਸਟ੍ਰੇਲੀਆ ਡੇ ਪਰੇਡ ਨੂੰ ਰੱਦ ਕਰਨ ਦੀ ਪ੍ਰਸ਼ੰਸਾ ਕੀਤੀ ਹੈ। ਵਿਕਟੋਰੀਆ ਦੀ ਸਰਕਾਰ ਨੇ ਰਸਮੀ ਘੋਸ਼ਣਾ ਕੀਤੇ ਬਿਨਾਂ ਚੁੱਪਚਾਪ ਪਰੇਡ ਅਤੇ ਆਤਿਸ਼ਬਾਜ਼ੀ ਬੰਦ ਕਰ ਦਿੱਤੀ। ਵਿਰੋਧੀ ਧਿਰ ਦੇ ਨੇਤਾ ਜੌਨ ਪੈਸੂਟੋ ਨੇ ਕਿਹਾ ਹੈ ਕਿ ਰੱਦ ਕਰਨਾ ਡੂੰਘੀ ਨਿਰਾਸ਼ਾਜਨਕ ਸੀ ਅਤੇ ਸਪਸ਼ਟੀਕਰਨ ਦੀ ਮੰਗ ਕੀਤੀ। ਫਸਟ ਨੇਸ਼ਨਜ਼ ਦੇ ਨੇਤਾ ਦੁਆਰਾ ਇਸ ਫੈਸਲੇ ਦੀ ਪ੍ਰਸ਼ੰਸਾ ਕੀਤੀ ਗਈ, ਜਦੋਂ ਕਿ ਰਾਜ ਦੇ ਵਿਰੋਧੀ ਧਿਰ ਦੇ ਨੇਤਾ ਨੇ ਇਸ ਕਦਮ ਨੂੰ ਡੂੰਘੀ ਨਿਰਾਸ਼ਾਜਨਕ ਕਰਾਰ ਦਿੱਤਾ ਅਤੇ ਸਪਸ਼ਟੀਕਰਨ ਦੀ ਮੰਗ ਕੀਤੀ। ਵਿਕਟੋਰੀਆ ਸਰਕਾਰ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਮੰਨਦੇ ਹਾਂ ਕਿ ਆਸਟ੍ਰੇਲੀਆ ਦਿਵਸ ਕੁਝ ਵਿਕਟੋਰੀਆ ਵਾਸੀਆਂ ਲਈ ਸੋਗ ਅਤੇ ਪ੍ਰਤੀਬਿੰਬ ਦੇ ਦਿਨ ਨੂੰ ਦਰਸਾਉਂਦਾ ਹੈ ਅਤੇ ਪਹਿਲੇ ਲੋਕਾਂ ਲਈ ਇੱਕ ਚੁਣੌਤੀਪੂਰਨ ਸਮਾਂ ਹੈ। ਬੀਤੇ ਸ਼ਨੀਵਾਰ ਨੂੰ ਪਰਥ ਦੇ ਦੱਖਣੀ ਹਿੱਸੇ ਮੰਡੂਰਾ ਐਸਟਰੀ ਵਿਖੇ ਹੋਏ ਇੱਕ ਕਿਸ਼ਤੀ ਵਾਲੇ ਹਾਦਸੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਹੁਣ 2 ਹੋ ਗਈ ਹੈ। ਪੁਲਿਸ ਨੇ 52 ਸਾਲਾਂ ਦੀ ਮਹਿਲਾ ਕਾਇਲੀ ਬੈਜੋ, ਜੋ ਕਿ ਵੈਸਟ ਕੋਸਟ ਈਗਲਜ਼ ਦੇ ਖਿਡਾਰੀ ਹੈਟ ਬੈਜੋ ਦੀ ਮਾਤਾ ਹੈ, ਦੀ ਮ੍ਰਿਤਕ ਦੇਹ ਵੀ ਬਰਾਮਦ ਕਰ ਲਈ ਹੈ। ਇਸ ਭਾਲ ਵਿੱਚ ਪੁਲਿਸ ਨੇ ਤਕਰੀਬਨ 20 ਘੰਟਿਆਂ ਦਾ ਸਰਚ ਅਭਿਆਨ ਚਲਾਇਆ ਸੀ, ਜਿਸ ਵਿੱਚ ਕਿ ਸਮੁੰਦਰੀ ਕਿਨਾਰਿਆਂ ਦੇ ਨਾਲ ਸਮੁੰਦਰੀ ਪਾਣੀਆਂ ਵਿੱਚ ਭਾਲ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਉਕਤ ਹਾਦਸਾਗ੍ਰਸਤ ਮੰਦਭਾਗੀ ਕਿਸ਼ਤੀ ਅੰਦਰ 4 ਲੋਕ ਸਵਾਰ ਸਨ ਅਤੇ ਇਨ੍ਹਾਂ 4 ਵਿੱਚੋਂ 2 ਨੂੰ ਬਚਾ ਲਿਆ ਗਿਆ ਹੈ। ਬਚਣ ਵਾਲਿਆਂ ਵਿੱਚ ਸ਼੍ਰੀਮਤੀ ਬੈਜੋ ਦੇ ਪ੍ਰਤੀ ਜੌਨ ਬਰਡਨ ਜ਼ਖਮੀ ਹਨ ਅਤੇ ਹਸਪਤਾਲ ਅੰਦਰ ਜ਼ੇਰੇ ਇਲਾਜ ਹਨ ਅਤੇ ਇੱਕ ਹੋਰ ਦੋਸਤ ਸ਼ਾਮਿਲ ਹਨ ਜੋ ਕਿ ਬਿਲਕੁਲ ਠੀਕ-ਠਾਕ ਹੈ ਅਤੇ ਉਹਨਾਂ ਨੂੰ ਕੋਈ ਚੋਟ ਨਹੀਂ ਆਈ ਹੈ। ਮਈ-ਜੂਨ ਮਹੀਨੇ ਤੋਂ ਭਾਰਤ ਤੋਂ ਬਾਹਰ ਆਟਾ ਭੇਜਣ ਵਾਸਤੇ ਜਾਂ ਕਹਿ ਲਈਏ ਨਿਰਯਾਤ ਕਰਨ ਵਾਸਤੇ ਕਈ ਤਰ੍ਹਾਂ ਦੀਆਂ ਸ਼ਰਤਾਂ ਲਗਾ ਦਿੱਤੀਆਂ ਗਈਆਂ ਸਨ ਤਾਂ ਕਿ ਭਾਰਤ ਦੇ ਵਿੱਚ ਆਟੇ ਦੀ ਕਿੱਲਤ ਨੂੰ ਪੂਰਾ ਕੀਤਾ ਜਾ ਸਕੇ। ਕੈਬਨਿਟ ਦੇ ਇਸ ਫੈਸਲੇ ਦੇ ਤੁਰੰਤ ਬਾਅਦ ਨਿਰਯਾਤ ਦੇ ਆਰਡਰਾਂ ਦੇ ਵਿੱਚ ਜ਼ਬਰਦਸਤ ਉਛਾਲ ਆ ਗਿਆ, ਜੋ ਕਿ ਦੁੱਗਣਾ ਹੋ ਗਿਆ। ਕਰੋਨਾ ਸ਼ਰਤਾਂ ਦੇ ਚੱਲਦਿਆਂ ਪਰੇਸ਼ਾਨੀਆਂ ਹੋਰ ਜੁੜਦੀਆਂ ਗਈਆਂ ਅਤੇ ਆਟਾ ਹੌਲੀ-ਹੌਲੀ ਕਰਕੇ ਬਾਹਰਲੇ ਦੇਸ਼ਾਂ ਦੇ ਵਿੱਚ ਘਟਣ ਲੱਗਾ। ਅੱਜ ਕੱਲ ਨਿਊਜ਼ੀਲੈਂਡ ਦੇ ਹਾਲਾਤ ਇਹ ਹਨ ਕਿ ਇੱਥੇ ਕਈ ਭਾਰਤੀ ਸਟੋਰਾਂ ਉੱਤੇ ਆਟੇ ਦੇ 20 ਕਿਲੋ ਵਾਲੇ ਬੈਗ ਦੇਖਣ ਨੂੰ ਨਹੀਂ ਮਿਲਦੇ। ਕਈ ਦੁਕਾਨਾਂ ਉੱਤੇ ਆਟਾ ਬਿਲਕੁਲ ਹੀ ਨਹੀਂ ਹੈ। ਇੱਕ ਗਾਹਕ ਤਾਂ ਕੱਲ ਕਣਕ ਦੀ ਥਾਂ ਮੱਕੀ ਦਾ ਆਟਾ ਹੀ ਜ਼ਿਆਦਾ ਲੈ ਆਇਆ ਕਿ ਘੱਟੋ-ਘੱਟ ਰੋਟੀ ਤਾਂ ਬਣਦੀ ਰਹੂ। ਕੁਝ ਦੁਕਾਨਾਂ ਉੱਤੇ ਜ਼ਰੂਰ ਕਣਕ ਦਾ ਆਟਾ ਉਪਲਬਧ ਹੈ, ਪਰ ਕੀਮਤਾਂ ਅਸਮਾਨੀ ਛੂ ਰਹੀਆਂ ਹਨ। ਹੁਣ ਦੇ ਮੈਨੂੰ ਇਜਾਜ਼ਤ, ਅਗਲੀ ਅਪਡੇਟ ਲੈ ਕੇ ਮੈਂ ਤੁਹਾਡੇ ਸਾਹਮਣੇ ਜਲਦ ਹੀ ਹਾਜ਼ਰ ਹੋਵਾਂਗੀ। ਸਤਿ ਸ਼੍ਰੀ ਅਕਾਲ ਜੀ।